ਗੁੱਡ ਇਵਨਿੰਗ ਸਟੂਡੈਂਟ। ਨੈਕਸਟ ਰਾਜੇ ਆਪਾਂ ਐਂਪੀਅਰ ਸਰਕਟ ਲਾ ਤੋਂ ਐਪਲੀਕੇਸ਼ਨਸ ਤੋਂ ਬਾਅਦ ਨੈਕਸਟ ਆਰਟੀਕਲ ਆਪਾਂ ਸਟਾਰਟ ਕਰਦੇ ਹਾਂ ਰਾਜੇ। ਇਹ ਆਰਟੀਕਲ ਕੀ ਹੈ ਰਾਜੇ? ਪਹਿਲਾਂ ਆਰਟੀਕਲ ਕੀ ਹੈ ਰਾਜੇ ਕਿ ਸਭ ਤੋਂ ਪਹਿਲਾਂ ਕਿ ਜੇ ਆਪਾਂ ਕੋਈ ਰੈਕਟੈਂਗੂਲਰ ਲੂਪ ਜਿਹਦੇ ਵਿੱਚ ਕਰੰਟ ਕੀ ਹੋ ਰਿਹਾ, ਫਲੋ ਹੋ ਰਿਹਾ ਹੈ, ਉਹਨੂੰ ਆਪਾਂ ਯੂਨੀਫਾਰਮ ਮੈਗਨੈਟਿਕ ਫੀਲਡ ਦੇ ਵਿੱਚ ਪਲੇਸ ਕਰਨਾ ਹੈ ਤਾਂ ਕਿੰਨੀ ਟੋਰਕ ਮੈਨੂੰ ਲਾਣੀ ਪੈਣੀ ਹੈ। ਆਰਟੀਕਲ ਦੇਖੋ ਕੀ ਹੈ ਕਿ ਜਦੋਂ ਕਿਸੇ ਕਰੰਟ ਕੈਰਿੰਗ ਰੈਕਟੈਂਗੂਲਰ ਲੂਪ ਨੂੰ ਆਪਾਂ ਯੂਨੀਫਾਰਮ ਮੈਗਨੈਟਿਕ ਫੀਲਡ ਦੇ ਵਿੱਚ ਪਲੇਸ ਕਰਨਾ ਹੈ ਤਾਂ ਮੈਨੂੰ ਕਿੰਨੀ ਟੋਰਕ ਲਾਣੀ ਪੈਣੀ ਹੈ। ਇਹਦੇ ਲਈ ਸਭ ਤੋਂ ਪਹਿਲਾਂ ਇੱਕ ਮੈਨੂੰ ਰੈਕਟੈਂਗੂਲਰ ਲੂਪ ਲੈਣੀ ਪੈਣੀ ਹੈ ABCD, ਜਿਹਦੀ ਲੈਂਥ ਕਿੰਨੀ ਹੈ L ਰਾਜੇ ਤੇ ਬ੍ਰੈਡਥ ਕਿੰਨੀ ਹੈ B, ਉਹਨੂੰ ਪਲੇਸ ਕਰਨਾ ਹੈ ਯੂਨੀਫਾਰਮ ਮੈਗਨੈਟਿਕ ਫੀਲਡ ਦੇ ਵਿੱਚ B ਦੇ ਵਿੱਚ, ਤੇ I ਉਹਦੇ ਵਿੱਚ ਕਰੰਟ ਕੀ ਹੋ ਰਿਹਾ, ਫਲੋ ਹੋ ਰਿਹਾ ਕਿਹੜੀ ਡਾਇਰੈਕਸ਼ਨ ਦੇ ਵਿੱਚ, ਕਲੋਕਵਾਈਜ਼ ਡਾਇਰੈਕਸ਼ਨ ਦੇ ਵਿੱਚ, ਤੇ ਥੀਟਾ ਕੀ ਹੈ, ਐਂਗਲ ਹੈ ਕਿਹਦੇ ਵਿਚਕਾਰ ਰਾਜੇ, ਆਪਣੇ ਕੋਲ ਨੋਰਮਲ ਪਲੇਨ ਆਫ ਦਾ ਲੂਪ ਐਂਡ ਮੈਗਨੈਟਿਕ ਫੀਲਡ ਆ ਰਹੀ ਰਾਜੇ ਕੰਸਟਰਕਸ਼ਨ। ਇਹਦੇ ਵਿੱਚ ਦੇਖੋ ਸਾਰਾ ਇਹੀ ਲਿਖਿਆ ਮੈਂ ਕਿ ਆਪਾਂ ਯੂਨੀਫਾਰਮ ਮੈਗਨੈਟਿਕ ਫੀਲਡ ਲਿੱਤੀ, ਉਹ ਯੂਨੀਫਾਰਮ ਮੈਗਨੈਟਿਕ ਫੀਲਡ ਕਿੰਨੀ ਹੈ ਆਪਣੇ ਕੋਲ B, ਉਹਦੇ ਵਿੱਚ ਆਪਾਂ ਨੇ ਰੈਕਟੈਂਗੂਲਰ ਲੂਪ ਨੂੰ ਕੀ ਕੀਤਾ, ਪਲੇਸ ਕੀਤਾ ਰਾਜੇ ਰੈਕਟੈਂਗੂਲਰ ਲੂਪ ਜਿਹਦੀ ਲੈਂਥ ਕਿੰਨੀ ਹੈ L ਤੇ ਬ੍ਰੈਡਥ ਕਿੰਨੀ ਹੈ ਆਪਣੇ ਕੋਲ B, ਤੇ ਕਿੰਨੇ ਐਂਗਲ ਤੇ ਪਲੇਸ ਕੀਤਾ, ਥੀਟਾ ਐਂਗਲ ਤੇ। ਤੇ ਰਾਜੇ ਆ ਮੈਂ ਮੰਨ ਲਿਆ ਕਿ ਆਪਣੇ ਕੋਲ ਰੈਕਟੈਂਗੂਲਰ ਲੂਪ ਜਿਹੜੀ ਹੈ 4 ਕੰਡਕਟਰ ਨੂੰ ਜੋੜ ਕੇ ਬਣੀ ਹੈ। ਤਾਂ ਰਾਜੇ ਤੁਹਾਨੂੰ ਪਤਾ ਹੈ ਕਿ ਜੇ ਕਿਸੇ ਵੀ ਕੰਡਕਟਰ ਜਿਹਦੀ ਲੈਂਥ L ਹੋਵੇ, ਕਰੰਟ ਕੈਰੀ ਕਰ ਰਿਹਾ ਹੋਵੇ I, ਤੇ ਮੈਗਨੈਟਿਕ ਫੀਲਡ ਦੇ ਵਿੱਚ ਪਲੇਸ ਕਰਨਾ ਤਾਂ ਉਹਦੀ ਫੋਰਸ ਕਿੰਨੀ ਲੱਗਦੀ ਹੈ ILB sin ਥੀਟਾ। ਤੇ ਹੁਣ ਰਾਜੇ ਇਹਦੇ ਵਿੱਚ 4 ਫੋਰਸਿਸ ਲੱਗਣਗੇ ਕਿਉਂਕਿ 4 ਕੰਡਕਟਰ ਨੇ ਆਪਣੇ ਕੋਲ AB BC CD ਐਂਡ AD। AB ਰਾਜੇ ਆਪਣੇ ਕੋਲ ਫੋਰਸ ਐਕਟ ਕਰ ਰਿਹਾ F1, BC ਤੇ ਐਕਟ ਕਰ ਰਿਹਾ ਆਪਣੇ ਕੋਲ F2 ਤੇ F3, ਤੇ CD ਤੇ ਐਕਟ ਕਰ ਰਿਹਾ F2 ਤੇ AD ਤੇ ਐਕਟ ਕਰ ਰਿਹਾ ਆਪਣੇ ਕੋਲ F4 ਰਾਜੇ। ਤਾਂ ਆਪਾਂ ਪਹਿਲਾ ਫੋਰਸ ਕੱਢ ਰਹੇ ਹਾਂ ਰਾਜੇ ਆਰਮ ਆਫ ਲੂਪ AB ਤੇ ਰਾਜੇ। AB ਤੇ ਕੱਢਾਂਗੇ, ਤੁਹਾਨੂੰ ਪਤਾ ਰਾਜੇ ਕਿ AB ਕਿਸੇ ਕੰਡਕਟਰ ਨੂੰ ਜਦੋਂ ਮੈਗਨੈਟਿਕ ਫੀਲਡ ਦੇ ਵਿੱਚ ਆਪਾਂ ਪਲੇਸ ਕਰਦੇ ਹਾਂ ਤਾਂ ਫੋਰਸ ਕਿੰਨੀ ਲੱਗਦੀ ਹੈ IL ਕ੍ਰੋਸ B, ਤੇ ਕ੍ਰੋਸ ਪ੍ਰੋਡਕਟ ਨੂੰ ਲਿਮਿਟ ਕਰਕੇ ਲੱਗਦਾ sin ਥੀਟਾ ਤੇ ਉਹਦਾ ਐਂਗਲ ਕਿੰਨਾ 90, ਤਾਂ F1 ਤੇ ਫੋਰਸ ਕਿੰਨੀ ਲੱਗੂਗੀ ਰਾਜੇ ILB ਲੱਗੂਗੀ। ਸਿਮਿਲਰਲੀ ਫੋਰਸ ਜਿਹੜੀ ਆਰਮ CD ਤੇ ਹੈ ਉਹ ਕੀ ਲੱਗੂਗੀ ਆਪਣੇ ਕੋਲ, ਉਹੀ ਸੇਮ BIL sin ਥੀਟਾ, ਥੀਟਾ ਉਹਦੇ 90 ਸੀਗਾ ਤਾਂ ਉਹਦੇ F2 ਤੇ ਵੀ ਉਨੀ ਹੀ ਫੋਰਸ ਲੱਗੂਗੀ। ਤੇ F3 ਰਾਜੇ ਆ ਦਿਖ ਰਿਹਾ ਤੁਹਾਡੇ ਕੋਲ F3 ਤੇ F4, ਇਹ ਐਕਟ ਕਰ ਰਹੇ ਨੇ ਆਰਮ ਫੋਰਸ ਐਕਟ ਕਰ ਰਹੀ ਹੈ BC ਤੇ DA ਤੇ ਇਕੁਅਲ ਹੈ ਤੇ ਅਪੋਜ਼ਿਟ ਹੈ, ਸੋ ਇਸ ਕਰਕੇ ਇਹ ਕੀ ਹੋ ਜਾਣਗੇ, ਕੈਂਸਲ ਹੋ ਜਾਣਗੇ। ਸੋ ਓਨਲੀ 2 ਫੋਰਸਿਸ ਐਕਟ ਕਰਨਗੇ, ਇੱਕ F1 ਐਕਟ ਕਰੇਗੀ, ਇੱਕ F2 ਐਕਟ ਕਰੋਗੇ, ਜਿਹਦੇ ਨਾਲ ਇਹ ਕੀ ਹੋਊਗਾ ਆਪਣੇ ਕੋਲ ਰੈਕਟੈਂਗੂਲਰ ਲੂਪ ਜਿਹੜਾ ਹੈ ਰੋਟੇਟ ਹੋਣਾ ਸਟਾਰਟ ਹੋ ਗਿਆ। ਦੇਖੋ ਰਾਜੇ F1 ਆਉਰੇ ਲੱਗ ਰਿਹਾ, F2 ਐਵੇਂ ਲੱਗ ਰਿਹਾ ਰਾਜੇ, ਤਾਂ ਹੀ ਰੋਟੇਟ ਇਹ ਕਪਲ ਬਣ ਰਿਹਾ। ਇਸ ਕਰਕੇ ਫੋਰਸ ਜੇ ਲੱਗੂਗੀ ਤਾਂ ਕੀ ਹੋਣਾ ਸਟਾਰਟ ਹੋ ਜਾਊਗਾ, ਰੋਟੇਟ ਹੋਣਾ ਸਟਾਰਟ ਹੋ। ਜਦੋਂ ਰੋਟੇਟ ਹੋਣਾ ਸਟਾਰਟ ਹੋ ਜਾਂਦਾ ਦੈਟ ਮੀਨ ਆਪਣੇ ਕੋਲ ਉੱਤੇ ਫੋਰਸ ਦੀ ਜਗ੍ਹਾ ਆਪਾਂ ਕੀ ਕੈਲਕੂਲੇਟ ਕਰਦੇ ਹਾਂ, ਟੋਰਕ ਕੈਲਕੂਲੇਟ ਕਰਦੇ ਹਾਂ। ਪਹਿਲਾਂ ਕਲੀਅਰ ਹੋਇਆ ਕਿ ਆਪਾਂ ਇੱਕ ਰੈਕਟੈਂਗੂਲਰ ਲੂਪ ਲਿੱਤੀ ABC ਜਿਹਦੀ ਲੈਂਥ ਕਿੰਨੀ ਸੀ L, ਬ੍ਰੈਡਥ ਕਿੰਨੀ ਸੀਗੀ B, ਉਹਨੂੰ ਯੂਨੀਫਾਰਮ ਮੈਗਨੈਟਿਕ ਫੀਲਡ ਦੇ ਵਿੱਚ ਪਲੇਸ ਕਰਾਇਆ, ਕਰੰਟ ਕਿੰਨੇ ਤੇ I ਕਰੰਟ ਤੇ ਕਿੰਨੇ ਐਂਗਲ ਤੇ ਥੀਟਾ ਐਂਗਲ ਤੇ। ਤਾਂ ਰੈਕਟੈਂਗੂਲਰ ਲੂਪ ਜਿਹੜਾ 4 ਕੰਡਕਟਰ ਨੂੰ ਜੋੜ ਕੇ ਬਣਿਆ। ਮੈਂ ਇੱਕ ਮੈਨੂੰ ਪਤਾ ਰਾਜੇ ਆਪਾਂ ਨੂੰ ਪਿੱਛੇ ਆਰਟੀਕਲ ਦੇ ਵਿੱਚ ਡਰਾਈਵ ਕੀਤਾ ਸੀਗਾ ਕਿ ਜੇ ਕਿਸੇ ਵੀ ਇੱਕ ਕੰਡਕਟਰ ਜਿਹਦੀ ਲੈਂਥ ਆਪਣੇ ਕੋਲ L ਹੈ ਤੇ ਕਰੰਟ ਉਹਦੇ ਵਿੱਚ I ਫਲੋ ਕਰ ਰਿਹਾ ਤਾਂ ਉਹਨੂੰ ਕਿੰਨੀ ਫੋਰਸ ਲੱਗਦੀ ਹੈ ILB। ਤਾਂ ਰਾਜੇ F1 ਫੋਰਸ ਲੱਗ ਰਹੀ ਹੈ ਆਰਮ AB ਤੇ, F2 ਫੋਰਸ ਲੱਗ ਰਹੀ ਹੈ CD ਤੇ, F3 ਲੱਗ ਰਹੀ ਹੈ BC ਤੇ AD ਤੇ ਲੱਗ ਰਹੀ ਹੈ F4, ਤੇ F1 ਤੇ F2 ਤੇ ਮੈਂ ਫੋਰਸ ਕੱਢ ਲਈ, F3 ਤੇ F4 ਤੇ ਰਾਜੇ ਇਕੁਅਲ ਐਂਡ ਅਪੋਜ਼ਿਟ ਲੱਗੂਗੀ। ਸੋ ਇਹ ਨੈਟ ਜਿਹੜਾ ਹੈ ਨੈਟ ਫੋਰਸ ਜਿਹੜੀ ਉਹਦੇ ਕੈਂਸਲ ਆਊਟ ਹੋ ਜਾਏਗੀ। ਤਾਂ ਓਨਲੀ ਫੋਰਸ ਕਿਤੇ ਲੱਗੂਗੀ F1 ਤੇ F2, ਜਿਹਦੇ ਨਾਲ ਆਪਾਂ ਨੂੰ ਟੋਰਕ ਮਿਲੂਗਾ ਰਾਜੇ। ਤੇ ਟੋਰਕ ਤੁਹਾਨੂੰ ਪਤਾ ਕਿ ਦੇਖੋ ਹੁੰਦਾ ਫੋਰਸ ਇਨਟੂ ਪਰਪੈਂਡੀਕੂਲਰ ਡਿਸਟੈਂਸ। ਫੋਰਸ F1 ਪਰਪੈਂਡੀਕੂਲਰ ਡਿਸਟੈਂਸ ਲਈ ਰਾਜੇ ਮੈਂ ਕੀ ਕੀਤਾ, AD ਲੈਂਥ ਜਿਹੜੀ ਹੈ ਆਪਣੇ ਕੋਲ ਉਹ ਕੱਢ ਲਈ ਡਾਇਗਰਾਮ ਤੋਂ, ਤੇ ਉਰੇ ਇਹਦੇ ਪਰਪੈਂਡੀਕੂਲਰ ਡਰਾ ਕਰ ਲਿਆ, ਇਹਦੇ ਪਰਪੈਂਡੀਕੂਲਰ, ਇਹ ਕਿਸੇ ਇੱਕ ਪੁਆਇੰਟ ਤੇ ਮੀਟ ਕਰਨਗੇ, ਉਹਨੂੰ N ਪੁਆਇੰਟ ਦਿੱਤਾ। ਇੱਥੇ ਫੋਰਸ F1 ਲੱਗ ਰਹੀ ਹੈ, ਇੱਥੇ ਫੋਰਸ F2 ਲੱਗ ਰਹੀ ਹੈ, ਤੇ ਇਸ ਟ੍ਰਾਇੰਗਲ ਤੇ ਮੈਂ sin ਥੀਟਾ ਲਾਤਾ। sin ਥੀਟਾ ਕੀ ਦੇਖ ਹੁੰਦਾ ਹੈ, ਪਰਪੈਂਡੀਕੂਲਰ ਅਪੋਨ ਹਾਈਪੋਟੇਨੀਅਸ, ਤੇ sin ਥੀਟਾ ਕੁਛ DN ਅਪੋਨ AD, ਤਾਂ DN ਕਿਤੇ ਕੋਲ ਆ ਗਿਆ AD sin ਥੀਟਾ, ਤੇ AD ਦੀ ਵੈਲਿਊ ਕਿੰਨੀ ਆਪਣੇ ਕੋਲ B ਆ ਗਈ। ਤਾਂ ਉਹਦੇ DN ਦੀ ਵੈਲਿਊ ਮੈਂ ਕੀ ਪੁੱਟ ਕਰਤੀ B sin ਥੀਟਾ ਰਾਜੇ। ਤਾਂ ਆਪਣੇ ਕੋਲ F1 ਦਾ ਤੁਹਾਨੂੰ ਪਤਾ ਹੀ ਸੀਗਾ ਕਿੰਨਾ BIL, ਤੇ ਆਹ ਕੈਪੀਟਲ B ਰਾਜੇ ਮੈਗਨੈਟਿਕ ਫੀਲਡ ਹੈ, ਸਮੋਲ b ਜਿਹੜਾ ਬ੍ਰੈਡਥ ਹੈ, ਤੇ ਲੈਂਥ ਤੇ ਬ੍ਰੈਡਥ ਨੂੰ ਜਦੋਂ ਆਪਾਂ ਇਕੱਠੇ ਕਰ ਲਾਂਗੇ ਤਾਂ ਉਹ ਕੀ ਬਣ ਜਾਊਗਾ ਏਰੀਆ। ਤਾਂ ਉਹਦੇ ਫਾਰਮੂਲਾ ਬਣੂਗਾ IAB sin ਥੀਟਾ, ਤੇ AB sin ਥੀਟਾ ਜਦੋਂ ਆਪਣੇ ਕੋਲ ਕ੍ਰੋਸ ਪ੍ਰੋਡਕਟ ਬਣਦਾ ਤਾਂ ਇਹਨੂੰ ਉਸ ਫਾਰਮ 'ਚ ਲਿਖਾਂਗੇ ਟੋਰਕ ਇਕੁਅਲ ਟੂ IA ਕ੍ਰੋਸ B। ਤਾਂ ਜਦੋਂ ਵੀ ਕਿਸੇ ਰੈਕਟੈਂਗੂਲਰ ਲੂਪ ਨੂੰ ਮੈਂ ਯੂਨੀਫਾਰਮ ਮੈਗਨੈਟਿਕ ਫੀਲਡ ਦੇ ਵਿੱਚ ਪਲੇਸ ਕਰਾਵਾਂਗਾ ਤਾਂ ਉੱਥੇ ਕਿੰਨੀ ਟੋਰਕ ਲੱਗੂਗੀ ਰਾਜੇ IA ਕ੍ਰੋਸ B। ਓਕੇ, ਤੇ ਨੈਕਸਟ ਆਰਟੀਕਲ ਰਾਜੇ ਆਪਣੇ ਕੋਲ ਹੈ ਕਿ ਸ਼ੋ ਕਰੋ ਕਰੰਟ ਲੂਪ ਜਿਹੜਾ ਹੈ ਉਹ ਬਿਹੇਵ ਕਰਦਾ ਹੈ ਮੈਗਨੈਟਿਕ ਡਾਈਪੋਲ ਦੀ ਤਰ੍ਹਾਂ। ਇਹ ਰਾਜੇ ਥਿਊਰੀ ਹੈ, ਬਟ ਇਸ ਥਿਊਰੀ ਦੇ ਨਾਲ ਅਗਲਾ ਆਰਟੀਕਲ ਆਪਾਂ ਡਰਾਈਵ ਕਰਾਂਗੇ। ਤਾਂ ਇਹਦੇ ਵਿੱਚ ਕੀ ਕਹਿ ਰਿਹਾ ਉਹ ਕਿ ਜੇ ਕਿਸੇ ਵੀ ਸਰਕੂਲਰ ਲੂਪ ਦੇ ਵਿੱਚ ਕਰੰਟ ਫਲੋ ਕਰਦਾ ਤਾਂ ਉਹਦੇ ਆਲੇ ਦੁਆਲੇ ਮੈਗਨੈਟਿਕ ਫੀਲਡ ਸੈਟਅਪ ਹੁੰਦਾ। ਹੁਣ ਤੱਕ ਤਾਂ ਆਪਾਂ ਇਹੀ ਪੜ੍ਹਦੇ ਆਏ ਹਾਂ ਕਿ ਜਦੋਂ ਵੀ ਕੋਈ ਕਰੰਟ ਫਲੋ ਕਰਦਾ ਹੈ ਕਿਸੇ ਸਰਕੂਲਰ ਲੂਪ ਦੇ ਵਿੱਚ ਤਾਂ ਮੈਗਨੈਟਿਕ ਫੀਲਡ ਸੈਟਅਪ ਹੁੰਦਾ। ਉਹ ਕਹਿੰਦਾ ਉਹ ਸਰਕੂਲਰ ਲੂਪ ਫਿਰ ਬਿਹੇਵ ਕਰਦੀ ਹੈ ਮੈਗਨੈਟਿਕ ਡਾਈਪੋਲ ਦੀ ਤਰ੍ਹਾਂ।
ਤਾਂ ਪਹਿਲਾਂ ਤੁਹਾਨੂੰ ਮੈਗਨੈਟਿਕ ਡਾਈਪਲ ਬਾਰੇ ਪਤਾ ਹੋਣਾ ਚਾਹੀਦਾ, ਤੁਸੀਂ ਪਹਿਲਾਂ ਸਟੱਡੀ ਕੀਤਾ ਸੀਗਾ। ਇਲੈਕਟ੍ਰਿਕ ਡਾਈਪਲ ਬਾਰੇ ਰਾਏ, ਇਲੈਕਟ੍ਰਿਕ ਡਾਈਪਲ ਦੇ ਵਿੱਚ ਇੱਕ ਨੈਗੇਟਿਵ ਚਾਰਜ ਹੁੰਦਾ, ਇੱਕ ਪੋਜ਼ਿਟਿਵ ਚਾਰਜ ਹੁੰਦਾ, ਤਾਂ ਲੈਂਥ ਕਿੰਨੀ ਹੁੰਦੀ ਹੈ 2L। ਤਾਂ ਮੈਗਨੈਟਿਕ ਡਾਈਪਲ ਦੇ ਵਿੱਚ ਬਸ ਫਰਕ ਇੰਨਾ ਹੁੰਦਾ, ਇੱਕ ਪਾਸੇ ਨਾਰਥ ਹੁੰਦਾ, ਇੱਕ ਪਾਸੇ ਆਪਣੇ ਕੋਲ ਸਾਊਥ ਹੁੰਦਾ, ਵਿੱਚ ਕੀ ਹੁੰਦਾ ਆਪਣੇ ਕੋਲ 2L ਰਹੇ। ਠੀਕ ਹੈ ਜੀ। ਤਾਂ ਉਹ ਕੀ ਕਹਿ ਰਿਹਾ ਪਹਿਲਾ ਪੁਆਇੰਟ ਕਿ ਜਦੋਂ ਵੀ ਕਿਸੇ ਕਰੰਟ ਨੂੰ ਫਲੋ ਕਰਦਾ ਹੈ ਕਿਸੇ ਸਰਕੂਲਰ ਲੂਪ ਦੇ ਵਿੱਚ ਤਾਂ ਮੈਗਨੈਟਿਕ ਫੀਲਡ ਕੀ ਹੁੰਦੀ ਹੈ ਸੈਟਅਪ ਹੁੰਦੀ ਹੈ ਕਿਹਦੇ ਆਲੇ ਦੁਆਲੇ ਰਾਏ ਸਰਕੂਲਰ ਲੂਪ ਦੇ ਆਲੇ ਦੁਆਲੇ। ਤਾਂ ਉਹ ਕਹਿੰਦਾ ਕਿ ਉਹ ਸਰਕੂਲਰ ਲੂਪ ਫਿਰ ਬਿਹੇਵ ਕਰਦਾ ਹੈ ਮੈਗਨੈਟਿਕ ਡਾਈਪੋਲ, ਮੀਨਸ ਇੱਕ ਫੇਸ ਉਹਦਾ ਜਿਹੜਾ ਲੂਪ ਦਾ ਬਿਹੇਵ ਕਰਦਾ ਨਾਰਥ ਪੋਲ ਦੀ ਤਰ੍ਹਾਂ ਤੇ ਇੱਕ ਫੇਸ ਬਿਹੇਵ ਕਰਦਾ ਉਹਦਾ ਸਾਊਥ ਪੋਲ ਦੀ ਤਰ੍ਹਾਂ। ਤੇ ਇਹਦੀ ਪੋਲੈਰਿਟੀ ਕੌਣ ਦੱਸਦਾ ਕਿ ਇਹ ਨਾਰਥ ਪੋਲ ਬਿਹੇਵ ਕਦੋਂ ਕਰੇਗਾ ਜਾਂ ਸਾਊਥ ਪੋਲ ਬਿਹੇਵ ਕਦੋਂ ਕਰੇਗਾ? ਉਹ ਕਲੋਕ ਰੂਲ ਹੈ। ਕਲੋਕ ਰੂਲ ਕੀ ਕਹਿੰਦਾ ਹੈ ਕਿ ਜੇ ਕਰੰਟ ਆਪਣੇ ਕੋਲ ਫਲੋ ਕਰ ਰਿਹਾ ਹੈ ਐਂਟੀ ਕਲੋਕਵਾਈਜ਼ ਤਾਂ ਜਿਹੜਾ ਫਰੰਟ ਵਾਲਾ ਪਾਰਟ ਹੈ ਉਹ ਨਾਰਥ ਪੋਲ ਦੀ ਤਰ੍ਹਾਂ ਬਿਹੇਵ ਕਰੂਗਾ। ਮੈਂ ਦੱਸਦਾ ਤੁਹਾਨੂੰ, ਜੇ ਆਪਣੇ ਕੋਲ ਕਰੰਟ ਫਲੋ ਕਰ ਰਿਹਾ ਉਹਦੇ ਵਿੱਚ ਪਹਿਲਾ ਵਾਲਾ ਐਂਟੀ ਕਲੋਕਵਾਈਜ਼ ਤਾਂ ਫਰੰਟ ਜਿਹੜਾ ਹੈ ਨਾਰਥ ਪੋਲ ਹੋਊਗਾ, ਉਸ ਤੋਂ ਪਿੱਛੇ ਵਾਲਾ ਰਾਜ ਆਪਣੇ ਕੋਲ ਸਾਊਥ ਪੋਲ ਹੋਊਗਾ। ਪਰ ਜੇ ਕਰੰਟ ਫਲੋ ਕਰੂਗਾ ਆਪਣੇ ਕੋਲ ਕਲੋਕਵਾਈਜ਼ ਤਾਂ ਉਹਦਾ ਫੇਸ ਜਿਹੜਾ ਹੈ ਲੂਪ ਦਾ ਉਹ ਬਿਹੇਵ ਕਰੇਗਾ ਆਪਣੇ ਕੋਲ ਸਾਊਥ ਪੋਲ। ਮੀਨਸ ਰਾਜੇ ਕੀ ਹੈ ਆਪਣੇ ਕੋਲ, ਮੰਨ ਲਓ ਆਹ ਹੈ, ਠੀਕ ਹੈ ਜੀ, ਆਹ ਆਪਣੇ ਕੋਲ ਸਰਕੂਲਰ ਲੂਪ ਹੈ, ਇਹਦੇ ਵਿੱਚ ਜੇ ਕਰੰਟ ਫਲੋ ਕਰ ਰਿਹਾ ਐਂਟੀ ਕਲੋਕਵਾਈਜ਼ ਤਾਂ ਉਹਨੇ ਕੀ ਕਿਹਾ ਕਿ ਜਿਹੜਾ ਫਰੰਟ ਵਾਲਾ ਪਾਰਟ ਹੈ ਇਹ ਨਾਰਥ ਪੋਲ ਸ਼ੋ ਕਰੂਗਾ। ਇਸ ਤੋਂ ਪਿੱਛੇ ਵਾਲਾ, ਜਦੋਂ ਆਪਾਂ ਇਸ ਤੋਂ ਪਿੱਛੇ ਵਾਲੇ ਦੀ ਗੱਲ ਕਰਦੇ ਹਾਂ ਬੈਕ, ਉਹ ਸਾਊਥ ਪੋਲ। ਪਰ ਜੇ ਕਲੋਕਵਾਈਜ਼, ਜੇ ਕਿਹੜਾ ਕਲੋਕਵਾਈਜ਼ ਤਾਂ ਆਹ ਫੇਸ ਸਾਊਥ ਵਾਲਾ, ਇਸ ਤੋਂ ਪਿੱਛੇ ਵਾਲਾ ਨਾਰਥ ਫੇਸ। ਕਲੀਅਰ ਹੋਈ ਗੱਲ? ਤਾਂ ਉਹ ਕੀ ਸਮਝਾ ਰਿਹਾ ਰਾਜੇ ਆਪਣੇ ਕੋਲ ਕਿ ਜਦੋਂ ਵੀ ਕਰੰਟ ਕਿਸੇ ਆਪਣੇ ਕੋਲ ਸਰਕੂਲਰ ਲੂਪ ਦੇ ਵਿੱਚ ਫਲੋ ਕਰਦਾ ਤਾਂ ਮੈਗਨੈਟਿਕ ਫੀਲਡ ਸੈਟਅਪ ਹੁੰਦਾ, ਤਾਂ ਉਹ ਸਰਕੂਲਰ ਲੂਪ ਬਿਹੇਵ ਕਰਦਾ ਮੈਗਨੈਟਿਕ ਡਾਈਪਲ ਦੀ ਤਰ੍ਹਾਂ। ਉਹ ਮੈਗਨੈਟਿਕ ਡਾਈਪਲ ਦੀ ਤਰ੍ਹਾਂ ਬਿਹੇਵ ਕਰਦਾ ਤਾਂ ਇੱਕ ਫੇਸ ਨਾਰਥ ਹੋਊਗਾ ਤੇ ਇੱਕ ਫੇਸ ਕੀ ਹੋਊਗਾ ਸਾਊਥ ਹੋਊਗਾ। ਹੁਣ ਕਿਹੜਾ ਨਾਰਥ ਹੈ ਕਿਹੜਾ ਸਾਊਥ ਹੈ ਉਹ ਕੌਣ ਦੱਸਦਾ ਆਪਾਂ ਨੂੰ? ਕਲੋਕ ਫੇਸ ਰੂਲ। ਉਹ ਕੀ ਕਹਿੰਦਾ ਜੇ ਤਾਂ ਆਪਣੇ ਕੋਲ ਸਰਕੂਲਰ ਲੂਪ ਦੇ ਵਿੱਚ ਕਰੰਟ ਐਂਟੀ ਕਲੋਕਵਾਈਜ਼ ਫਲੋ ਕਰ ਰਿਹਾ ਤਾਂ ਫਰੰਟ ਆਪਣੇ ਕੋਲ ਨਾਰਥ ਪੋਲ, ਉਸ ਤੋਂ ਬੈਕ ਵਾਲਾ ਸਾਊਥ ਹੋਊਗਾ। ਜੇ ਕਲੋਕਵਾਈਜ਼ ਫਲੋ ਕਰ ਰਿਹਾ ਤਾਂ ਫਰੰਟ ਸਾਊਥ ਵਾਲਾ ਤੇ ਉਸ ਤੋਂ ਬੈਕ ਵਾਲਾ ਨਾਰਥ ਪੋਲ ਹੋਊਗਾ। ਕਲੀਅਰ ਹੋਈ ਗੱਲ ਆਪਣੇ ਕੋਲ? ਫਿਰ ਨੈਕਸਟ ਆਪਣੇ ਕੋਲ ਆਉਂਦਾ ਹੈ ਕਿ ਕੱਢੋ ਉਹਦੀ ਮੈਗਨੈਟਿਕ ਡਾਈਪਲ ਮੂਵਮੈਂਟ। ਹੁਣ ਜੋ ਪਤਾ ਤਾਂ ਲੱਗ ਗਿਆ ਕਿ ਇੱਕ ਸਰਕੂਲਰ ਲੂਪ ਬਿਹੇਵ ਐਜ਼ ਅ ਮੈਗਨੈਟਿਕ ਡਾਈਪਲ ਮੂਵਮੈਂਟ। ਹੁਣ ਕੱਢੋ ਕਿ ਉਹਦੇ ਕਿੰਨੀ ਮੈਗਨੈਟਿਕ ਡਾਈਪਲ ਮੂਵਮੈਂਟ ਹੋਏਗੀ। ਤਾਂ ਅਕੋਰਡਿੰਗ ਟੂ ਡੈਫੀਨੇਸ਼ਨ ਮੈਗਨੈਟਿਕ ਡਾਈਪਲ ਮੂਵਮੈਂਟ ਕਿਸੇ ਵੀ ਸਰਕੂਲਰ ਲੂਪ ਦੀ ਕੱਢਣੀ ਹੈ ਤਾਂ ਉਹਦੇ ਵਿੱਚ ਕਿੰਨਾ ਕਰੰਟ ਪਾਸ ਹੋ ਰਿਹਾ ਤੇ ਕਿੰਨਾ ਉਹਦਾ ਏਰੀਆ। ਤਾਂ ਉਹਦਾ ਫਾਰਮੂਲਾ M = I × A, ਜਿਹੜੀ ਆ ਡੈਫੀਨੇਸ਼ਨ ਬਣੀ ਹੈ ਕਿ ਡਿਫਾਈਨ ਮੈਗਨੈਟਿਕ ਡਾਈਪਲ ਮੂਵਮੈਂਟ। ਤਾਂ ਉਹ ਕੀ ਹੁੰਦਾ? ਇਟ ਇਜ਼ ਦਾ ਪ੍ਰੋਡਕਟ ਆਫ ਕਰੰਟ ਐਂਡ ਏਰੀਆ। ਕਲੀਅਰ ਹੋਈ ਗੱਲ? ਹੁਣ ਇਸ ਆਰਟੀਕਲ ਦੇ, ਇਸ ਥਿਊਰੀ ਦੇ ਬਿਹਾਫ ਤੇ ਆਪਾਂ ਸ਼ੋ ਕਰਨਾ ਹੈ ਕਿ ਐਟਮ ਵੀ ਮੈਗਨੈਟਿਕ ਡਾਈਪਲ ਦੀ ਤਰ੍ਹਾਂ ਬਿਹੇਵ ਕਰਦਾ। ਕਿਵੇਂ ਰਾਜੇ? ਕਿਉਂਕਿ ਤੁਹਾਨੂੰ ਪਤਾ ਰਾਜੇ ਐਟਮ ਜਿਹੜਾ ਹੈ, ਐਟਮ ਦੇ ਵਿੱਚ ਕੀ ਹੁੰਦਾ ਹੈ? ਨਿਊਕਲੀਅਸ ਹੈ। ਨਿਊਕਲੀਅਸ ਜਿਹੜਾ ਹੈ, ਨਿਊਕਲੀਅਸ ਦੇ ਆਲੇ ਦੁਆਲੇ ਇਲੈਕਟ੍ਰੋਨ ਰਿਵੋਲਵ ਕਰਦੇ ਨੇ ਰਾਜੇ। ਤਾਂ ਇਲੈਕਟ੍ਰੋਨ ਜੇ ਰਿਵੋਲਵ ਕਰ ਰਿਹਾ ਇਹਦਾ ਮਤਲਬ ਚਾਰਜ ਪਾਰਟੀਕਲ ਰਿਵੋਲਵ ਕਰ ਰਿਹਾ। ਜੇ ਚਾਰਜ ਪਾਰਟੀਕਲ ਰਿਵੋਲਵ ਕਰ ਰਿਹਾ ਇਹਦਾ ਮਤਲਬ ਇਹਦੇ 'ਚ ਕਰੰਟ ਹੈ, ਤੇ ਕਰੰਟ ਹੈ ਤਾਂ ਇਹਦੇ ਆਲੇ ਦੁਆਲੇ ਕੀ ਸੈਟਅਪ ਹੋਊਗਾ? ਮੈਗਨੈਟਿਕ ਫੀਲਡ ਸੈਟਅਪ ਹੋਊਗਾ। ਤੇ ਅੱਜ ਦਾ ਆਰਟੀਕਲ ਆਪਣੇ ਕੋਲ ਇਹ ਹੈ ਕਿ ਜਦੋਂ ਕੋਈ ਇਲੈਕਟ੍ਰੋਨ ਕਿਸੇ ਨਿਊਕਲੀਅਸ ਦੇ ਆਲੇ ਦੁਆਲੇ ਸਰਕੂਲਰ ਔਰਬਿਟ ਦੇ ਵਿੱਚ ਘੁੰਮਦਾ ਹੈ ਤਾਂ ਉਸਦੀ ਮੈਗਨੈਟਿਕ ਡਾਈਪਲ ਮੂਵਮੈਂਟ ਕਿੰਨੀ ਹੁੰਦੀ ਹੈ, ਉਹ ਕਿਵੇਂ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ। ਮੇਰੀ ਗੱਲ ਕਲੀਅਰ ਹੋਈ ਰਾਜੇ? ਅੱਜ ਆਪਾਂ ਨੇ ਪਹਿਲਾਂ ਪਤਾ ਲੱਗ ਗਿਆ ਕਿ ਇਹਦੇ ਨਾਲ ਕੀ ਲਿੰਕ ਹੈ। ਕਿਉਂ? ਕਿਉਂਕਿ ਐਟਮ ਦੇ ਵਿੱਚ ਨਿਊਕਲੀਅਸ ਹੁੰਦਾ, ਨਿਊਕਲੀਅਸ ਦੇ ਆਲੇ ਦੁਆਲੇ ਇਲੈਕਟ੍ਰੋਨ ਜਿਹੜੇ ਨੇ ਔਰਬਿਟ ਦੇ ਵਿੱਚ ਘੁੰਮਦੇ ਨੇ ਰਾਜੇ। ਇਲੈਕਟ੍ਰੋਨ ਜੇ ਘੁੰਮ ਰਹੇ ਨੇ, ਚਾਰਜ ਪਾਰਟੀਕਲ ਘੁੰਮ ਰਹੇ ਨੇ, ਦੈਟ ਮੀਨ ਇਹਦੇ 'ਚ ਕਰੰਟ ਸੈਟਅਪ ਹੋਊਗਾ। ਕਰੰਟ ਸੈਟਅਪ ਹੋਊਗਾ ਤਾਂ ਇਹਦੇ 'ਚ ਮੈਗਨੈਟਿਕ ਫੀਲਡ ਵੀ ਸੈਟਅਪ ਹੋਊਗਾ। ਤੇ ਆਪਾਂ ਨੂੰ ਪਤਾ ਜਦੋਂ ਕਿਸੇ ਸਰਕਲ ਲੂਪ ਦੇ ਵਿੱਚ ਮੈਗਨੈਟਿਕ ਫੀਲਡ ਸੈਟਅਪ ਹੁੰਦਾ ਤਾਂ ਸਰਕਲ ਲੂਪ ਬਿਹੇਵ ਐਜ਼ ਅ ਮੈਗਨੈਟਿਕ ਡਾਈਪਲ ਮੂਵਮੈਂਟ। ਫਿਰ ਹੁਣ ਮੈਂ ਇਹਦੀ ਮੈਗਨੈਟਿਕ ਡਾਈਪਲ ਮੂਵਮੈਂਟ ਜਿਹੜੀ ਹੈ ਕੈਲਕੂਲੇਟ ਕਰੂੰਗਾ। ਤਾਂ ਰਾਜੇ ਮੈਗਨੈਟਿਕ, ਫਿਰ ਮੈਂ ਕੀ ਕੀਤਾ ਇਹਦੇ ਲਈ? ਸਭ ਤੋਂ ਪਹਿਲਾਂ ਇੱਕ ਇਨ ਐਨ ਐਟਮ ਲੈ ਲਿਆ, ਇਲੈਕਟ੍ਰੋਨ ਜਿਹੜੇ ਨੇ ਰਿਵੋਲਵ ਕਰ ਰਹੇ ਨੇ ਨਿਊਕਲੀਅਸ ਦੇ ਆਲੇ ਦੁਆਲੇ। ਠੀਕ ਹੈ, ਆ ਔਰਬਿਟਰ ਆ ਜੀ, ਆ ਇਲੈਕਟ੍ਰੋਨ ਹੈ, ਇਹਦਾ ਨਿਊਕਲੀਅਸ ਤੋਂ ਡਿਸਟੈਂਸ ਕਿੰਨਾ r, ਉਹ ਰਿਵੋਲਵ ਕਰ ਰਿਹਾ ਵੈਲੋਸਿਟੀ v ਦੇ ਨਾਲ, ਕਰੰਟ ਐਂਟੀ ਕਲੋਕਵਾਈਜ਼ ਮੂਵ ਕਰ ਰਿਹਾ। ਠੀਕ ਹੈ ਜੀ। ਹੁਣ ਆਪਾਂ ਨੇ ਕੱਢਣਾ ਕੀ ਹੈ? ਔਰਬਿਟਲ ਮੈਗਨੈਟਿਕ ਮੂਵਮੈਂਟ। ਤਾਂ ਔਰਬਿਟਲ ਮੈਗਨੈਟਿਕ ਮੂਵਮੈਂਟ ਮੈਂ ਪਿੱਛੇ ਤੋਂ ਸਟਾਰਟ ਹੁੰਦਾ ਰਿਹਾ। ਸਭ ਤੋਂ ਪਹਿਲਾਂ ਮੈਗਨੈਟਿਕ ਡਾਈਪਲ ਮੂਵਮੈਂਟ ਦਾ ਫਾਰਮੂਲਾ ਕੀ ਹੁੰਦਾ? I × A। ਤਾਂ ਮੈਨੂੰ ਆ ਕੱਢਣਾ ਰਾਜੇ I ਤੁਹਾਨੂੰ ਪਤਾ ਹੈ ਕਿਹਦੇ ਕੋਲ ਹੁੰਦਾ? Q/T। I ਕਿਹਦੇ ਕੋਲ ਹੁੰਦਾ ਰਾਜੇ? Q/T। ਤੇ ਉਹਦੇ Q ਕਿੰਨਾ ਆਪਣੇ ਕੋਲ? E, ਤੇ T ਕਿੰਨਾ ਹੈ? ਟਾਈਮ ਰਾਜੇ। ਤਾਂ ਆਹ ਫਾਰਮੂਲਾ ਹੋ ਗਿਆ। ਤਾਂ ਉਸ ਤੋਂ ਬਾਅਦ ਫਿਰ ਮੈਂ ਟਾਈਮ ਕੱਢੂੰਗਾ। ਟਾਈਮ ਕਿਹਦੇ ਇਕੁਅਲ ਹੈ ਰਾਜੇ? ਆਪਣੇ ਕੋਲ ਡਿਸਟੈਂਸ ਅਪੋਨ ਸਪੀਡ। ਡਿਸਟੈਂਸ ਉਹ ਕਿਹੜੀ ਫਾਰਮ 'ਚ ਘੁੰਮ ਰਿਹਾ? ਸਰਕਲ, ਤਾਂ 2πr। ਸਪੀਡ ਕਿੰਨਾ? v। ਆ ਟਾਈਮ ਨਿਕਲ ਗਿਆ। ਫਿਰ T ਦੀ ਵੈਲਿਊ ਉੱਪਰ ਪੁੱਟ ਕਰਤੀ, I ਕਿਹਦੇ ਕੋਲ? E/T। ਆ T ਦੀ ਵੈਲਿਊ ਤਾਂ I ਆ ਗਿਆ EV/2πr ਰਾਜੇ। ਫਿਰ I ਦੀ ਵੈਲਿਊ ਪੁੱਟ ਕਰਤੀ, A ਕਿੰਨਾ? πr ਦੀ ਸਕੁਅਰ। ਆਹ ਕਟਿੰਗ ਕਰਾਤੀ ਤਾਂ EVR/, ਕਿੰਨਾ ਆ ਗਿਆ? 2 ਆ ਗਿਆ। ਉਸ ਤੋਂ ਬਾਅਦ ਰਾਜੇ ਆ EVR/2 ਆ ਗਿਆ। ਇਹ ਤੁਹਾਡੀ ਔਰਬਿਟਲ ਮੈਗਨੈਟਿਕ ਮੂਵਮੈਂਟ ਹੈ। ਪਰ ਮੈਨੂੰ ਔਰਬਿਟਲ ਮੈਗਨੈਟਿਕ ਮੂਵਮੈਂਟ ਦੇ ਪੈਰਾਮੀਟਰ ਸਾਰੇ ਕੌਂਸਟੈਂਟ ਚਾਹੀਦੇ ਨੇ। E ਤੇ ਕੌਂਸਟੈਂਟ, 2 ਕੌਂਸਟੈਂਟ, ਬਟ VR ਕੌਂਸਟੈਂਟ। ਤਾਂ ਅਕੋਰਡਿੰਗ ਟੂ ਬੋਹਰ ਆਪਾਂ ਨੇ ਆ ਵੀ ਸਟੱਡੀ ਕੀਤਾ ਹੈ ਕਿ L ਜਿਹੜਾ ਹੈ ਉਹ ਕਿਹਦੇ ਇਕੁਅਲ ਹੁੰਦਾ ਹੈ? MVR। ਤੇ ਇਹਦੇ ਵੀ ਇਕੁਅਲ ਹੁੰਦਾ ਹੈ NH/2π। ਇਹ ਬੋਹਰ ਦਾ ਪੋਸਟੂਲੇਟ ਹੈ। ਤਾਂ ਉਹ ਤੋਂ ਮੈਂ VR ਦੀ ਵੈਲਿਊ ਕੱਢ ਲਈ। VR ਦੀ ਵੈਲਿਊ ਹੋ ਗਈ L/ME।
ਆਹ ਮੈਂ ਉਰੇ VR ਦੀ ਵੈਲਿਊ ਪੁੱਟ ਕਰਤੀ L/ME। ਹੁਣ ਰਾਏ E ਆਪਣੇ ਕੋਲ ਚਾਰਜ ਆਫ ਇਲੈਕਟ੍ਰੋਨ, M ਮਾਸ ਆਫ ਇਲੈਕਟ੍ਰੋਨ 2, ਪਰ ਫਿਰ ਇੱਕ ਪੈਰਾਮੀਟਰ ਰਹਿ ਗਿਆ L, ਇਹਨੂੰ ਵੀ ਮੈਂ ਕੌਂਸਟੈਂਟ 'ਚ ਕਨਵਰਟ ਕਰਨਾ। ਇਹ ਵੈਕਟਰ ਫਾਰਮ ਹੈ, ਵੈਕਟਰ ਫਾਰਮ 'ਚ ਜੇ ਆ ਗਿਆ ਤਾਂ ਇਸ ਤਰ੍ਹਾਂ ਹੀ ਰਿਪਰੈਜ਼ੈਂਟ ਕਰਨਾ, ਮਾਈਨਸ ਜਿਹੜਾ ਹੈ ਡਾਇਰੈਕਸ਼ਨ ਕਰੰਟ ਦੀ ਕੀ ਹੈ ਅਪੋਜ਼ਿਟ ਹੈ। ਤੇ ਰਾਏ ਜੇ ਆਪਣੇ ਕੋਲ L ਦੀ ਹੁਣ L ਦੀ ਵੈਲਿਊ ਕੱਢਣੀ, L ਤੁਹਾਨੂੰ ਅਗੇਨ ਪਤਾ ਹੈ ਕਿ NH/2π ਹੁੰਦਾ, ਤਾਂ ਫਿਰ ਉਹ L ਦੀ ਵੈਲਿਊ ਦੀ ਕੀ ਮੈਂ ਪੁੱਟ ਕਰ ਦੂੰਗਾ NH/2π, ਤਾਂ ਤੁਹਾਡੇ ਕੋਲ ਔਰਬਿਟਲ ਮੈਗਨੈਟਿਕ ਮੂਵਮੈਂਟ ਦਾ ਫਾਰਮੂਲਾ ਆ ਜਾਊਗਾ ENHME4π। ਰਾਏ ਹੁਣ ਆਪਣੇ ਕੋਲ ਇਹ ਪਤਾ ਲੱਗ ਗਿਆ ਕਿ ਆਪਣੇ ਕੋਲ ਜੇ ਆਪਾਂ ਕੱਢਣੀ ਹੋਵੇ ਕਿ ਫਸਟ ਔਰਬਿਟ ਤੇ ਕਿੰਨੀ ਆਪਣੇ ਕੋਲ ਮੈਗਨੈਟਿਕ ਮੂਵਮੈਂਟ ਹੈ, ਸੈਕਿੰਡ ਔਰਬਿਟ ਤੇ ਕਿੰਨੀ ਮੈਗਨੈਟਿਕ ਮੂਵਮੈਂਟ ਹੈ, ਤਾਂ ਉਹ ਕੈਲਕੂਲੇਟ ਕਰਨ ਲਈ ਮੈਂ ਉਰੇ ਬਸ N ਵੈਲਿਊ ਪੁੱਟ ਕਰੂੰਗਾ। N ਹੈਗਾ ਔਰਬਿਟ, ਤਾਂ ਮੈਂ ਸਭ ਤੋਂ ਪਹਿਲਾਂ ਜੇ ਮੰਨ ਲਓ ਇਨਰ ਮੋਸਟ ਔਰਬਿਟ ਦੀ ਮੈਗਨੈਟਿਕ ਮੂਵਮੈਂਟ ਫਾਈਂਡ ਆਊਟ ਕਰਨੀ ਹੈ, ਤਾਂ ਮੈਂ N ਦੀ ਵੈਲਿਊ ਕਿੰਨੀ ਪੁੱਟ ਕਰ ਦੂੰਗਾ ਉਰੇ 1, ਤਾਂ ਉਰੇ N ਦੀ ਵੈਲਿਊ 1 ਪੁੱਟ ਕਰੋਗੇ। E ਕੌਂਸਟੈਂਟ ਹੈ, H ਕੌਂਸਟੈਂਟ ਹੈ, ਪਲੈਂਕ ਕੌਂਸਟੈਂਟ, ਪਾਈ ਮਾਸ ਆਫ ਇਲੈਕਟ੍ਰੋਨ, ਤਾਂ ਆਪਣੇ ਕੋਲ 9.27 × 10⁻24 ਐਂਪੀਅਰ ਮੀਟਰ ਸਕੇਅਰ ਆ ਗਿਆ। ਰਾਈਟ, ਇਹ ਤੁਹਾਡੇ ਕੋਲ ਇਨਰ ਮੋਸਟ ਔਰਬਿਟ ਦਾ ਕੀ ਆ ਗਿਆ ਆਪਣੇ ਕੋਲ ਔਰਬਿਟਲ ਮੈਗਨੈਟਿਕ ਮੂਵਮੈਂਟ। ਜੇ ਤੁਸੀਂ ਚਾਹੁੰਦੇ ਹੋ ਸੈਕਿੰਡ ਔਰਬਿਟ ਦਾ ਕੱਢਣਾ ਤਾਂ ਤੁਸੀਂ N ਦੀ ਵੈਲਿਊ 2 ਪੁੱਟ ਕਰ ਲਓ, ਜੇ ਤੁਸੀਂ ਚਾਹੁੰਦੇ ਹੋ ਥਰਡ ਔਰਬਿਟਲ ਦਾ ਕਰਨਾ ਤਾਂ N ਦੀ ਵੈਲਿਊ 3। ਤਾਂ ਇਸ ਤਰ੍ਹਾਂ ਆਪਾਂ ਕਿਸੇ ਆਪਣੇ ਕੋਲ ਇਲੈਕਟ੍ਰੋਨ ਜਦੋਂ ਨਿਊਕਲੀਅਰ ਦੇ ਦੁਆਲੇ ਘੁੰਮ ਰਹੇ ਨੇ ਤਾਂ ਫਸਟ ਔਰਬਿਟ, ਸੈਕਿੰਡ ਔਰਬਿਟ ਜਾਂ ਥਰਡ ਔਰਬਿਟ ਦੀ ਔਰਬਿਟਲ ਮੈਗਨੈਟਿਕ ਮੂਵਮੈਂਟ ਕੈਲਕੂਲੇਟ ਕਰ ਸਕਦੇ ਹਾਂ। ਤੇ ਕਈ ਵਾਰ ਪੇਪਰ 'ਚ ਕੁਐਸਚਨ ਆ ਜਾਂਦਾ ਕਿ ਡਿਫਾਈਨ ਬੋਹਰ ਮੈਗਨੇਟੋਨ, ਤਾਂ ਬੋਹਰ ਮੈਗਨੇਟੋਨ ਦਾ ਮਤਲਬ ਹੁੰਦਾ ਹੈ ਕਿ ਇਨਰ ਮੋਸਟ ਔਰਬਿਟ ਤੇ ਕਿੰਨੀ ਆਪਣੇ ਕੋਲ ਮੈਗਨੈਟਿਕ ਡਾਇਪੋਲ ਮੂਵਮੈਂਟ, ਤਾਂ ਉਸ ਕੇਸ ਦੇ ਵਿੱਚ ਆਪਾਂ N ਦੀ ਵੈਲਿਊ 1 ਪੁੱਟ ਕਰਕੇ ਸੋਲਵ ਕਰ ਦਾਂਗੇ, ਤਾਂ ਇੰਨੀ ਵੈਲਿਊ ਜਿਹੜੀ ਹੈ ਇਨਰ ਮੋਸਟ ਔਰਬਿਟ ਦੀ ਹੁੰਦੀ ਹੈ। ਇਹ ਸੀਗਾ ਰਾਜੇ ਆਰਟੀਕਲ ਆਪਣੇ ਕੋਲ ਕਿ ਐਟਮ ਵੀ ਬਿਹੇਵ ਕਰਦਾ ਹੈ ਮੈਗਨੈਟਿਕ ਤੇ ਡਾਇਪੋਲ ਮੂਵਮੈਂਟ ਦੀ ਤਰ੍ਹਾਂ, ਤਾਂ ਉਸਦੀ ਫਸਟ ਔਰਬਿਟ ਜਾਂ ਸੈਕਿੰਡ ਔਰਬਿਟ ਜਾਂ ਥਰਡ ਔਰਬਿਟ ਦੀ ਕੋਈ ਨਾ ਕੋਈ ਔਰਬਿਟਲ ਮੈਗਨੈਟਿਕ ਮੂਵਮੈਂਟ ਹੁੰਦੀ ਹੈ। ਉਹ ਰਿਲੇਸ਼ਨ ਆਪਾਂ ਅੱਜ ਡਰਾਈਵ ਕੀਤਾ। ਨੈਕਸਟ ਰਾਜੇ ਆਪਾਂ ਪੜਾਂਗੇ ਮੂਵਿੰਗ ਕੋਇਲ ਗੈਲਵਾਨੋਮੀਟਰ ਦੇ ਬਾਰੇ, ਨੈਕਸਟ ਆਰਟੀਕਲ ਕੱਲ, ਤੇ ਇਹ ਕਰ ਲਿਓ ਰਾਜੇ, ਜੇ ਨਹੀਂ ਸਮਝ ਆਇਆ ਉਹ ਪੁੱਛ ਲਿਓ। ਓਕੇ।